ਹੈਲੋ ਸਟੂਡੈਂਟਸ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਅੱਜ ਦਾ ਟੌਪਿਕ ਹੈ ਸਾਡਾ ਕਿ ਸਾਨੂੰ ਅੱਗੇ 100 ਡੇਜ਼ ਜਿਵੇਂ ਰਹਿ ਗਏ ਹੈ ਤੇ ਉਹਦੇ ਵਿੱਚ ਸਾਨੂੰ ਮਾਸਟਰ ਕੈਡਰ ਦੀ ਤਿਆਰੀ ਵਾਸਤੇ ਪਹਿਲਾ ਸਬਜੈਕਟ ਕਿਹੜਾ ਚੂਜ਼ ਕਰਨਾ ਚਾਹੀਦਾ ਹੈ ਜੇ ਮੰਨ ਲਓ ਕਿਸੇ ਨੇ ਅੱਜ ਤੋਂ ਤਿਆਰੀ ਸ਼ੁਰੂ ਕਰਨੀ ਹੈ ਤਾਂ। ਤੇ ਉਹਦੇ ਵਾਸਤੇ ਮੈਂ ਸਿਰਫ ਇੱਕ ਬੇਸਿਕ ਇਨਫੋਰਮੇਸ਼ਨ ਤੁਹਾਨੂੰ ਦੇਣਾ ਚਾਹਾਂਗਾ ਕਿ ਬੇਸਿਕ ਇਨਫੋਰਮੇਸ਼ਨ ਇਹ ਹੈ ਕਿ ਜਿਹੜੇ ਸਬਜੈਕਟਸ ਦੇ ਵਿੱਚ ਤੁਸੀਂ ਆਪਣੀ BSc ਕੀਤੀ ਹੈ, ਮੰਨ ਲਓ ਤੁਸੀਂ ਨॉन ਮੈਡੀਕਲ 'ਚ ਕੀਤੀ ਹੈ ਤਾਂ ਫਿਜ਼ਿਕਸ ਕੈਮਿਸਟਰੀ ਮੈਥਮੈਟਿਕਸ ਹੈ, ਔਰ ਅਗਰ ਤੁਸੀਂ ਮੈਡੀਕਲ ਦੇ ਵਿੱਚ ਕੀਤੀ ਹੈ ਤੇ ਕੈਮਿਸਟਰੀ ਬੋਟਨੀ ਜ਼ੂਲੌਜੀ ਪੜ੍ਹੀ ਹੈ ਜਾਂ ਬਾਇਓਕੈਮਿਸਟਰੀ ਨਾਲ ਪੜ੍ਹੀ ਹੈ। ਜੇ ਤੁਸੀਂ ਆਨਰਸ ਸਕੂਲ BSc ਕੀਤੀ ਹੈ ਜਾਂ ਫਿਰ ਆਨਰਸ BSc ਆਨਰਸ ਕੀਤੀ ਹੈ ਤੇ ਉਹਦੇ ਸਬਜੈਕਟਸ ਦੇ ਅਕੋਰਡਿੰਗਲੀ ਤੁਸੀਂ ਚੂਜ਼ ਕਰਨਾ ਹੈ। ਦਿਸ ਇਜ਼ ਵਨ। ਇਹ ਕੁਐਰੀ ਕਾਫੀ ਬੱਚਿਆਂ ਨੇ ਸਾਡੇ ਕੋਲੋਂ ਪੁੱਛੀ ਹੈ ਕਿ ਸਾਨੂੰ ਕਿਹੜਾ ਸਬਜੈਕਟ ਸਟਾਰਟ ਕਰਨਾ ਚਾਹੀਦਾ ਹੈ। ਦੂਜੀ ਕੁਐਰੀ ਇੱਕ ਹੋਰ ਵੀ ਮੇਰੇ ਕੋਲ ਕੱਲ੍ਹ ਜਿੱਦਾਂ ਆਈ ਹੈ, ਉਹ ਕੁਐਰੀ ਸੀਗੀ ਕਿ ਅਸੀਂ BSc ਮੈਡੀਕਲ ਕੀਤੀ ਹੈ ਜੀ, ਪਲੱਸ ਅਸੀਂ ਮਾਸਟਰ ਕੈਡਰ 'ਚ ਜਿਹੜੀ B.Ed ਹੈ ਸਾਡੀ, ਉਹਦੇ 'ਚ ਸਾਨੂੰ ਸਾਇੰਸ ਪਲੱਸ ਇੰਗਲਿਸ਼ ਦਾ ਕੰਬੀਨੇਸ਼ਨ ਲਿਆ ਸੀਗਾ ਤੇ ਵਾਟ ਵੀ ਸ਼ੁੱਡ ਚੂਜ਼, ਇੰਗਲਿਸ਼ ਨੂੰ ਚੂਜ਼ ਕਰ ਸਕਦੇ ਹਾਂ? ਨੋ। ਠੀਕ ਹੈ ਜੀ, ਤੁਸੀਂ BSc 'ਚ ਜਿਹੜੇ ਸਬਜੈਕਟ ਪੜ੍ਹੇ ਉਹਨਾਂ ਨੂੰ ਚੂਜ਼ ਕਰਨਾ, ਕਿਉਂਕਿ ਉਹ ਸਬਜੈਕਟ ਤੁਸੀਂ 3 ਸਾਲ ਪੜ੍ਹੇ ਆ ਤੇ ਉਹਨਾਂ 'ਚ ਤੁਸੀਂ ਕਾਫੀ ਮਿਹਨਤ ਕੀਤੀ ਹੈ ਤੇ ਅੱਛੇ ਨੰਬਰ ਲੈ ਕੇ ਆਏ। ਹੁਣ ਨੈਕਸਟ ਸਵਾਲ ਇਹ ਹੁੰਦਾ ਹੈ ਕਿ ਤੁਸੀਂ ਮਾਸਟਰ ਕੈਡਰ ਸਾਇੰਸ ਦੇ ਵਿੱਚ ਫਿਜ਼ਿਕਸ ਕੈਮਿਸਟਰੀ ਮੈਥਮੈਟਿਕਸ ਐਂਡ ਬੋਟਨੀ ਜ਼ੂਲੌਜੀ ਪਹਿਲੇ ਸਬਜੈਕਟ ਕਿਹੜਾ ਚੂਜ਼ ਕਰਨਾ ਹੈ ਕਿ ਇਫ ਯੂ ਬਿਲੋਂਗ ਟੂ ਨॉन ਮੈਡੀਕਲ ਤਾਂ PCM ਹੈ ਨਾ। ਹੁਣ ਮੇਰਾ ਇੱਕ ਬੇਸਿਕ ਜਿਹਾ ਤੁਹਾਨੂੰ ਉਹ ਹੈ ਕਿ ਜ਼ਿਆਦਾਤਰ ਬੱਚੇ ਕੀ ਕਰਦੇ ਆ ਕਿ ਸਟਾਰਟ ਗਲਤ ਤਰੀਕੇ ਨਾਲ ਕਰ ਦਿੰਦੇ ਆ। ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜੀ ਸਾਡੀ ਵੀਕਨੈਸ ਹੈ ਪਹਿਲਾਂ ਅਸੀਂ ਉਹਨੂੰ ਓਵਰਕਮ ਕਰਦੇ ਹਾਂ, ਉਸ ਤੋਂ ਬਾਅਦ ਜਿਹੜੀ ਸਟਰੈਂਥ ਹੈ ਸਾਡੀ ਉਹ ਤਾਂ ਸਟਰੈਂਥ ਰਹੇਗੀ। ਨਹੀਂ, ਤੁਸੀਂ ਇੱਦਾਂ ਨਹੀਂ ਕਰਨਾ। ਯੂ ਹੈਵ ਟੂ ਚੇਂਜ ਦ ਸਿਨਾਰੀਓ। ਉਸ ਸਿਨਾਰੀਓ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਅਗਰ ਤੁਸੀਂ ਪੋਸਟ ਗ੍ਰੈਜੂਏਸ਼ਨ ਕਿਸੇ ਪਾਰਟਿਕੂਲਰ ਸਬਜੈਕਟ ਦੇ ਵਿੱਚ ਕੀਤੀ ਹੋਈ ਹੈ, ਲਾਈਕ MSc ਤੁਸੀਂ ਮੰਨ ਲਓ ਫਿਜ਼ਿਕਸ ਕੀਤੀ ਹੈ ਜਾਂ MSc ਕੈਮਿਸਟਰੀ ਕੀਤੀ ਹੈ, ਤੇ ਜਿਸ ਸਬਜੈਕਟ ਦੇ ਵਿੱਚ ਤੁਹਾਡੀ ਪੋਸਟ ਗ੍ਰੈਜੂਏਸ਼ਨ ਹੋਈ ਹੈ, ਇਹਦਾ ਮਤਲਬ ਉਹ ਸਬਜੈਕਟ ਤੁਸੀਂ 5 ਸਾਲ ਵਾਸਤੇ ਪੜ੍ਹਿਆ ਹੈ ਤੇ ਉਹਦੀ 'ਚ ਕਮਾਂਡ ਬਹੁਤ ਅੱਛੀ ਹੈ। ਅਬ ਇਸ ਗੱਲ ਤੇ ਸੋਚਣ ਵਾਲੀ ਲੋੜ ਹੈਗੀ ਹੈ ਸਾਨੂੰ ਕਿ ਜਿਹਦੇ ਸਾਡੀ ਕਮਾਂਡ ਵਧੀਆ ਹੈ ਤਾਂ ਇਹਦਾ ਮਤਲਬ ਉਹ 'ਚ ਵੀਕਨੈਸਿਸ ਘੱਟ ਹੋਣਗੀਆਂ ਜਾਂ ਫਿਰ ਉਹ ਤੁਹਾਡੇ ਵਾਸਤੇ ਈਜ਼ੀ ਹੋਏਗਾ। ਠੀਕ ਹੈ, ਤੇ ਸਾਡੀ ਅਪਰੋਚ ਵੀ ਈਜ਼ੀ ਟੂ ਡਿਫਿਕਲਟ ਰਹਿਣੀ ਚਾਹੀਦੀ ਹੈ। ਤੇ ਸਾਨੂੰ ਕੀ ਕਰਨਾ ਹੈ, ਜਿਹੜਾ ਸਾਡਾ ਸਟਰੋਂਗ ਸਬਜੈਕਟ ਹੈ, ਮਤਲਬ MSc ਕੈਮਿਸਟਰੀ ਕੀਤੀ ਹੈ ਤਾਂ ਕੈਮਿਸਟਰੀ ਪਹਿਲੇ ਸਟਾਰਟ ਕਰਨਾ ਹੈ, ਕਿਉਂਕਿ ਕੈਮਿਸਟਰੀ ਸਟਾਰਟ ਕਰਨ ਨਾਲ ਕੀ ਹੈ ਕਿ ਉਹਦੇ 'ਚ ਤੁਹਾਡੀ ਜਿਹੜੀਆਂ ਵੀਕਨੈਸਿਸ ਇੱਕ ਤਾਂ ਉਹ ਦੂਰ ਹੋਣਗੀਆਂ, ਇਹਦਾ ਮਤਲਬ ਤੁਹਾਡੀ ਹੋਰ ਗ੍ਰਿਪ ਉਹਦੇ 'ਤੇ ਕਮਾਂਡ ਹੋਰ ਬਣ ਜਾਏਗੀ। 50 ਨੰਬਰ ਦਾ ਪੇਪਰ ਹੈ, 50 ਚੋਂ 50 ਨੰਬਰ ਉਹਦੇ 'ਚ ਲੈ ਸਕਦੇ ਹੋ ਤੁਸੀਂ। ਦਿਸ ਇਜ਼ ਵਨ। ਦੂਜੀ ਗੱਲ, ਕੈਮਿਸਟਰੀ ਦੇ ਵਿੱਚ ਵੀ ਅਗਰ ਅੱਗੇ ਫਰਦਰ ਜਾ ਕੇ ਦੇਖੀਏ ਤਾਂ ਉਹਦੇ 'ਚ ਤੁਸੀਂ ਕੀ ਕਰਨਾ ਹੈ, ਯੂ ਨੀਡ ਟੂ ਸਿਲੈਕਟ ਆਊਟ ਆਫ 3 ਸਬ ਟੌਪਿਕਸ। ਇੱਕ ਫਿਜ਼ੀਕਲ ਕੈਮਿਸਟਰੀ ਹੈ, ਆਰਗੈਨਿਕ ਹੈ, ਇਨਆਰਗੈਨਿਕ ਹੈ। ਤੁਹਾਨੂੰ ਲੱਗਦਾ ਕਿ ਇਨਆਰਗੈਨਿਕ ਤੁਹਾਨੂੰ ਆਸਾਨ ਲੱਗਦੀ ਹੈ ਤੇ ਤੁਸੀਂ ਯੂ ਸਟਾਰਟ ਵਿਦ ਇਨਆਰਗੈਨਿਕ। ਠੀਕ ਹੈ, ਫਿਰ ਤੁਹਾਨੂੰ ਫਿਜ਼ੀਕਲ ਵਧੀਆ ਲੱਗਦੀ ਹੈ ਥੋੜੀ, ਉਸ ਤੋਂ ਜ਼ਿਆਦਾ ਮਤਲਬ ਥੋੜਾ ਸਾ ਲੈਵਲ ਡਿਫਿਕਲਟੀ ਦੇ ਉੱਤੇ ਜ਼ਿਆਦਾ ਹੈ ਤੇ ਦੈਨ ਸਟਾਰਟ ਵਿਦ ਫਿਜ਼ੀਕਲ। ਲਾਸਟ ਵਿੱਚ ਫਿਰ ਆਰਗੈਨਿਕ ਕਰੋ ਜਿਹੜੀ ਤੁਹਾਨੂੰ ਜ਼ਿਆਦਾ ਡਿਫਿਕਲਟ ਲੱਗਦੀ ਹੈ। ਠੀਕ ਹੈ, ਇਸ ਤਰ੍ਹਾਂ ਨਾਲ ਕਹਿਣ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਪਰਟੀਕੂਲਰਲੀ ਇੱਕ ਸਬਜੈਕਟ ਜਿਹਦੇ 'ਚ ਤੁਹਾਡੀ ਕਮਾਂਡ ਹੈ, ਜੋ ਤੁਸੀਂ 5 ਸਾਲ ਪੜ੍ਹਿਆ, ਪੋਸਟ ਗ੍ਰੈਜੂਏਸ਼ਨ ਦੇ ਵਿੱਚ ਪੜ੍ਹਿਆ ਹੋਇਆ ਹੈ, ਉਹਨੂੰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਟਾਈਮ ਦਿਓ ਤੇ ਉਹਨੂੰ ਤੁਸੀਂ ਕਵਰ ਕਰਨ ਦੀ ਕੋਸ਼ਿਸ਼ ਕਰੋ ਤੇ ਉਹਦੇ 'ਚ ਜਿੰਨੀਆਂ ਵੀ ਤੁਹਾਡੀਆਂ ਵੀਕਨੈਸਿਸ ਹੈ ਉਹਨੂੰ ਦੂਰ ਕਰੋ। ਤੇ ਦੂਰ ਕਰਨ ਦਾ ਤਰੀਕਾ ਉਹਨੂੰ ਸਿਰਫ ਇਹੀ ਹੈਗਾ ਕਿ ਉਹਦੇ ਨਾਲ ਜਿੰਨੇ ਨੰਬਰ ਆਫ ਕੁਐਸਚਨਸ ਦੀ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ ਉਹ ਤੁਸੀਂ ਨਾਲ ਰੱਖਣੇ ਹੈ, ਤਾਂ ਹੀ ਉਹ ਕਮੀਆਂ ਦੂਰ ਹੋਣਗੀਆਂ। ਕਿਉਂਕਿ ਜਿਹੜੇ ਕੁਐਸਚਨਸ ਪੁੱਛੇ ਜਾਂਦੇ ਹੈ, ਕੁਐਸਚਨਸ ਦੇਖੀਏ, ਕੁਐਸਚਨ ਦੇ ਬਹੁਤ ਟਾਈਪ ਹੁੰਦੇ ਹੈ। ਹੁਣ ਜਿਹਦਾ ਮਾਸਟਰ ਕੈਡਰ 'ਚ ਅਸੀਂ ਐਨਾਲਾਈਜ਼ ਕੀਤਾ ਹੈ ਤੇ ਮਾਸਟਰ ਕੈਡਰ ਦੇ ਵਿੱਚ ਫੈਕਟ ਬੇਸਡ ਕੁਐਸਚਨ ਆਉਂਦੇ ਹੈ, ਡਾਇਰੈਕਟ ਕੁਐਸਚਨਸ ਆਉਂਦੇ ਹੈ, ਕੁਛ ਐਨਾਲਿਟੀਕਲ ਕੁਐਸਚਨ ਹੈ, ਕੁਛ ਨਿਊਮੈਰੀਕਲ ਪੋਰਸ਼ਨ ਹੈ ਜਿਹਦਾ ਫਿਜ਼ੀਕਲ ਕੈਮਿਸਟਰੀ ਦਾ ਹੈਗਾ ਹੈ ਨਾ, ਤੇ ਫਿਰ ਰਿਐਕਸ਼ਨ ਬੇਸਡ ਕੁਐਸਚਨ ਹੈ, ਇੱਕ ਦੂਜੇ ਨਾਲ ਕੋਆਰਡੀਨੇਟ ਹੋ ਕੇ ਵੀ ਕੁਐਸਚਨ ਆ ਜਾਂਦੇ ਹੈ। ਤੇ ਤੁਸੀਂ ਆਪਣੀ ਵੀਕਨੈਸਿਸ ਨੂੰ ਸਟਰੈਂਥ 'ਚ ਬਦਲਣਾ ਹੈ ਤੇ ਉੱਤੇ ਕਮਾਂਡ ਪ੍ਰੋਪਰ ਕਰਨੀ ਹੈ। ਟਾਈਪ ਆਫ ਕੁਐਸਚਨਸ ਨੂੰ ਤੁਹਾਨੂੰ ਥੋੜਾ ਆਈਡੀਆ ਲੱਗੇਗਾ ਕਿੱਦਾਂ ਆਉਂਦੇ ਹੈ। ਨਾਓ ਜੇ ਹੁਣ ਇਹਦਾ ਮੈਂ ਗੱਲ ਕੀਤੀ ਤੁਸੀਂ ਪੋਸਟ ਗ੍ਰੈਜੂਏਸ਼ਨ ਜਿਹੜੇ ਸਬਜੈਕਟਸ ਕੀਤੀ ਹੋਈ ਹੈ, ਨੈਕਸਟ ਮੇਰਾ ਹੈ ਕਿ ਅਗਰ ਤੁਸੀਂ ਮੰਨ ਲਓ BSc ਦੇ ਵਿੱਚ ਸੈਕੰਡ ਸਬਜੈਕਟ ਚੂਜ਼ ਕਰਨਾ ਤਾਂ BSc ਦੇ ਵਿੱਚ ਫਿਜ਼ਿਕਸ ਔਰ ਮੈਥ ਬਚੇ ਆ। ਹੁਣ ਜੇ ਕੈਮਿਸਟਰੀ ਤੁਸੀਂ ਪਹਿਲੇ ਕਰ ਲਿਆ, ਠੀਕ ਹੈ, ਫਿਜ਼ਿਕਸ ਔਰ ਮੈਥ ਦੇ ਵਿੱਚ ਤੁਸੀਂ ਦੇਖੋ ਜੀ ਤੁਹਾਡਾ ਇੰਟਰਸਟ ਕਿਹਦੇ ਜ਼ਿਆਦਾ ਹੈ, ਔਰ ਅਗਰ ਇੰਟਰਸਟ ਨਾ ਦੇਖਿਆ ਜਾਵੇ ਤਾਂ ਤੁਸੀਂ ਇਹ ਦੇਖ ਲਓ ਕਿ BSc ਤੁਸੀਂ ਨੰਬਰ ਕਿਹਦੇ 'ਚ, ਮਾਰਕਸ ਕਿਹਦੇ 'ਚ ਜ਼ਿਆਦਾ ਲਏ ਹੈ, ਫਿਜ਼ਿਕਸ ਜਾਂ ਮੈਥ ਦੇ ਵਿੱਚ। ਠੀਕ ਹੈ ਜੀ, ਜੇ ਇਹ ਵੀ ਨਹੀਂ ਕਰਨਾ ਤਾਂ ਤੁਸੀਂ ਤੀਜਾ ਇਹ ਦੇਖ ਸਕਦੇ ਹੋ ਕਿ ਮਾਸਟਰ ਕੈਡਰ ਦੇ ਪ੍ਰੀਵੀਅਸ ਈਅਰ ਪੇਪਰ ਚੱਕੋ, ਉਹਦੇ 'ਚ ਦੇਖੋ ਆਸਾਨ ਪੇਪਰ ਕਿਹਦਾ ਆਉਂਦਾ ਹੈਗਾ ਜਾਂ ਪੈਟਰਨ ਕਿਆ ਹੈ। ਜਿਹੜਾ ਤੁਹਾਨੂੰ ਮੈਥ ਔਰ ਫਿਜ਼ਿਕਸ 'ਚ ਆਸਾਨ ਲੱਗਦਾ ਸੈਕੰਡ ਉਹਨੂੰ ਸਟਾਰਟ ਕਰ ਦਿਓ। ਦੇਖੋ ਮੇਰੀ ਅਪਰੋਚ ਇਹ ਰਹੇਗੀ ਕਿ ਪਹਿਲੇ
ਤੁਸੀਂ ਮੈਥ ਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਕਰੋ, ਕਿਉਂਕਿ ਮੈਥ ਜਿਹੜਾ ਇੱਕ ਤਾਂ ਨਾਰਮਲ ਆਉਂਦਾ ਹੈ ਮਾਸਟਰ ਕੈਡਰ ਮੈਥ ਨਾਲੋਂ, ਤੇ ਜਿਹੜਾ ਸਾਇੰਸ ਵਿੱਚ ਮੈਥ ਹੈ ਉਹ ਨਾਰਮਲ ਆਉਂਦਾ ਹੈ। ਇਹਦਾ ਮਤਲਬ ਤੁਸੀਂ ਉਹਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਅਟੈਂਪਟ ਕਰ ਸਕਦੇ ਹੋ। ਤੇ ਸਟੀਕ ਕੁਐਸਚਨਸ ਆਉਂਦੇ ਆ ਉਹਦੇ 'ਚ, ਤੇ ਕੈਲਕੂਲੇਸ਼ਨ ਹੈ, ਸਟੈਂਡਰਡਾਈਜ਼ ਆਉਂਦੇ ਆ, ਰਿਜ਼ਲਟ ਬੇਸਡ ਕੁਐਸਚਨ ਆਉਂਦੇ ਆ, ਡਾਇਰੈਕਟ ਫਾਰਮੂਲਾ ਬੇਸਡ ਕੁਐਸਚਨ ਆਉਂਦੇ ਆ, ਤੁਸੀਂ ਈਜ਼ੀਲੀ ਉਹਨੂੰ ਕਰ ਸਕਦੇ ਹੋ। ਠੀਕ ਹੈ। ਔਰ ਅਗਰ ਤੁਹਾਡੀ ਮੈਥ ਦੇ ਕਮਾਂਡ ਅੱਛੀ ਹੋਏਗੀ ਤਾਂ ਇਹਦਾ ਮਤਲਬ ਆਬਵੀਅਸ ਹੈ ਕਿ ਫਿਜ਼ਿਕਸ ਇਜ਼ ਆਲ ਮੈਥਮੈਟਿਕਸ, ਤੁਸੀਂ ਤੀਜੇ ਨੰਬਰ ਤੇ ਫਿਜ਼ਿਕਸ ਨੂੰ ਰੱਖ ਸਕਦੇ ਹੋ ਤੇ ਫਿਜ਼ਿਕਸ ਦੀ ਤਿਆਰੀ ਉਸ ਤਰੀਕੇ ਨਾਲ ਕਰ ਸਕਦੇ ਹੋ। ਇਹ ਛੋਟੇ ਛੋਟੇ ਤਰੀਕੇ ਹੈਗੇ ਜਿਹਦੇ ਨਾਲ ਤੁਸੀਂ ਡਿਸਾਈਡ ਕਰ ਸਕਦੇ ਹੋ ਕਿ ਪਹਿਲੇ ਤੁਸੀਂ ਕਿਸ ਚੀਜ਼ ਨੂੰ ਕਰਨਾ ਹੈ। ਹੁਣ ਮੈਂ ਇਹਨੂੰ ਕਨਕਲੂਡ ਕਰਾਂ ਤਾਂ ਕਨਕਲੂਡ ਕਰਨ 'ਚ ਇਹੀ ਹੈ ਕਿ ਈਜ਼ੀ ਟੂ ਡਿਫਿਕਲਟ ਮੈਥਡ ਦੀ ਤਰਫ ਤੁਸੀਂ ਜਾਣਾ ਹੈ। ਈਜ਼ੀ ਟੂ ਡਿਫਿਕਲਟ, ਪਹਿਲੇ ਈਜ਼ੀ ਕਰੋ, ਜਿਸ ਚੀਜ਼ ਤੇ ਕਮਾਂਡ ਹੈ ਉਹਨੂੰ ਹੋਰ ਅੱਛਾ ਸਟਰੋਂਗ ਬਣਾਓ ਤੇ ਫਿਰ ਡਿਫਿਕਲਟ ਵਾਲੇ ਪਾਸੇ ਨੂੰ ਚੱਲੋ। ਹੁਣ ਸਵਾਲ ਇਹ ਹੈ ਕਿ ਤੁਹਾਨੂੰ ਕਿੰਨੀਆਂ ਰਿਵੀਜ਼ਨ ਚਾਹੀਦੀਆਂ ਹੈ, ਕਿੰਨੀ ਵਾਰ ਤੁਹਾਨੂੰ ਕੁਐਸਚਨ ਦੀ ਪ੍ਰੈਕਟਿਸ ਚਾਹੀਦੀ ਹੈ। ਤੇ ਮੈਂ ਬੋਲਾਂਗਾ ਕਿ ਐਟਲੀਸਟ 3 ਰਿਵੀਜ਼ਨਸ ਪਲੱਸ 3 ਵਾਰ ਪ੍ਰੈਕਟਿਸ ਦੀ ਰਿਵੀਜ਼ਨ ਜਿਹੜੇ ਕੁਐਸਚਨਸ ਕੀਤੇ ਹੈ। 5-5 7-7 ਹਜ਼ਾਰ ਕੁਐਸਚਨ ਹੋਣੇ ਚਾਹੀਦੇ ਹੈ ਇੱਕ ਪਰ ਸਬਜੈਕਟ ਦੇ। ਠੀਕ ਹੈ। ਤੇ ਮਤਲਬ 20-25 ਹਜ਼ਾਰ ਦੇ ਕਰੀਬ ਤੁਸੀਂ ਕੁਐਸਚਨ ਵੀ ਕਰਨੇ ਹੈ। ਹੁਣ ਟਾਈਮ ਡਿਵੋਸ਼ਨ ਵੀ ਦੱਸ ਦਿੰਦੇ ਆ ਕਿ 1.5 ਘੰਟਾ ਇੱਕ ਨੂੰ, ਜੇ ਤੁਸੀਂ 4 ਘੰਟੇ ਪਰ ਸਬਜੈਕਟ ਪਰ ਡੇ ਰੱਖੇ ਹੈ ਤੇ 1.5 ਘੰਟਾ ਥਿਊਰੀ, 2.5 ਘੰਟੇ ਕੁਐਸਚਨ ਦੀ ਪ੍ਰੈਕਟਿਸ। ਹਰ ਸਬਜੈਕਟ ਵਾਸਤੇ ਇਹ ਲਾਗੂ ਹੋਏਗਾ, ਤੁਸੀਂ ਇਸ ਤਰੀਕੇ ਨਾਲ ਤਿਆਰੀ ਕਰ ਸਕਦੇ ਹੋ। ਠੀਕ ਹੈ ਜੀ। ਜੇ ਹੁਣ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਸਬਜੈਕਟ ਕਿਹੜਾ ਚੂਜ਼ ਕਰਨਾ, ਹੁਣ ਬੋਟਨੀ ਜ਼ੂਲੌਜੀ ਦੀ ਗੱਲ ਆਈ ਹੈ। ਬੋਟਨੀ ਜ਼ੂਲੌਜੀ ਦੇ ਕੇਸ 'ਚ ਦੇਖੋ, ਤੁਸੀਂ ਜਿਹਦੇ 'ਚ ਮਾਸਟਰ ਕੀਤੀ ਹੋਈ ਹੈ, ਬੋਟਨੀ 'ਚ ਕੀਤੀ ਹੋਈ ਹੈ, ਜ਼ੂਲੌਜੀ 'ਚ ਕੀਤੀ ਹੈ, ਸੇਮ ਚੀਜ਼ ਐਪਲੀਕੇਬਲ ਹੈ। ਠੀਕ ਹੈ। ਹੁਣ ਲੇਕਿਨ ਫਿਰ ਵੀ ਤੁਹਾਨੂੰ ਇੱਕ ਸੌਖਾ ਥੋੜਾ ਹੋਰ ਕਰ ਦੇਣਾ ਹੈ ਕਿ ਜੇ ਤੁਹਾਨੂੰ ਕਦੇ ਇਹ ਲੱਗਦਾ ਹੈ ਕਿ ਬੋਟਨੀ ਜ਼ੂਲੌਜੀ ਨਹੀਂ ਡਿਸਾਈਡ ਕਰ ਪਾ ਰਹੇ, ਤਾਂ ਮੈਂ ਕਹਿੰਦਾ ਜ਼ੂਲੌਜੀ ਨੂੰ ਪਹਿਲੇ ਚੱਕੋ। ਉਹਦਾ ਕਾਰਨ ਕੀ ਹੈ ਕਿ ਉਹ 'ਚ ਹਿਊਮਨ ਸਿਸਟਮ ਜ਼ਿਆਦਾ ਹੈਗਾ, ਤਾਂ ਤੁਹਾਡਾ ਇੰਟਰਸਟ ਬਣ ਸਕਦਾ ਹੈ ਕਿ ਚਲੋ ਆਪਣੇ ਬਾਰੇ 'ਚ ਹੀ ਪੜ੍ਹ ਲੈਂਦੇ ਹਾਂ ਮਾੜਾ ਮੋਟਾ, ਹੈ ਨਾ, ਪੇੜ ਪੌਦਿਆਂ ਬਾਰੇ 'ਚ ਨਹੀਂ ਪੜ੍ਹਨਾ। ਤਾਂ ਇਸ ਕਰਕੇ ਜ਼ੂਲੌਜੀ ਪਹਿਲੇ ਸਟਾਰਟ ਕਰੋ, ਫਿਰ ਬੋਟਨੀ 'ਤੇ ਆ ਜਾਓ, ਦੈਨ ਕੈਮਿਸਟਰੀ 'ਤੇ, ਕਿਉਂਕਿ ਕੈਮਿਸਟਰੀ 'ਚ ਤੁਸੀਂ ਪੋਸਟ ਗ੍ਰੈਜੂਏਸ਼ਨ ਨਹੀਂ ਕੀਤੀ ਹੋਈ ਹੈ। ਤੇ ਜ਼ੂਲੌਜੀ ਹੈ ਇੱਕ ਆਸਾਨ ਸਬਜੈਕਟ ਹੈ, ਉਹਦੇ 'ਚ ਵੀ ਤੁਸੀਂ ਕੀ ਕਰਨਾ ਹੈ, ज़्यादा से ज़्यादा पढ़ाई करनी है तो ज़्यादा से ज़्यादा क्वेश्चन अटेम्प्ट करने। देखो बॉटनी जूलॉजी का रूल सीधा है, तो मैं पहले दस दिया, थ्योरी बेस्ड है, जिन्ने ज़्यादा से ज़्यादा क्वेश्चंस नूं गेड़ा दे सकते हो दे दो, चाहे 10,000 चाहे 20,000, नॉन स्टॉप प्रैक्टिस करो, नॉन स्टॉप प्रैक्टिस। क्योंकि लर्निंग ਜਾਂ मगअप ਜਾਂ क्रैम करनिया चीज़ां बॉटनी जूलॉजी ਦੇ ਵਿੱਚ ਉਹਦਾ मतलब बड़ा साफ रहता है कि देखो हर ਜਿਹੜੀ ਅੱਜ पढ़ी हुई चीज़ है 10वें दिन साफ होनी है। ਇਹਦਾ ਮਤਲਬ 3 ਮਹੀਨੇ ਬਾਅਦ 100 ਡੇਜ਼ ਬਾਅਦ ਪੇਪਰ ਹੈ ਤੇ ਬੋਟਨੀ ਜ਼ੂਲੌਜੀ ਸਾਫ਼ ਹੋ ਜਾਣੀ ਹੈ। ਤਾਂ ਉਹਦਾ ਬੜਾ ਸਿੰਪਲ ਜਿਹਾ ਫੰਡਾ, ਜਿੰਨੇ ਜ਼ਿਆਦਾ ਕੁਐਸਚਨਸ ਦੀ ਪ੍ਰੈਕਟਿਸ ਕਰੋਗੇ ਉਨਾ ਜ਼ਿਆਦਾ ਜਿਹੜਾ ਮੈਮਰੀ ਹੈ ਉਸ ਚੀਜ਼ ਨੂੰ ਰਿਟੇਨ ਰੱਖੇਗੀ। ਤੇ ਕੁਐਸਚਨ ਬੇਸ ਜਦੋਂ ਵੀ ਤੁਸੀਂ ਤਿਆਰੀ ਕਰਦੇ ਹੋ, ਐਵਰੀਥਿੰਗ ਵਿਲ ਬੀ ਨੀਟ, ਹੈ ਨਾ। ਸੋ ਮੇਰੀ ਵੱਲੋਂ ਇਹੀ ਹਦਾਇਤ ਹੈ ਕਿ ਤੁਸੀਂ ਪ੍ਰੈਕਟਿਸ ਤੇ ਜ਼ਿਆਦਾ ਜ਼ੋਰ ਪਾਓ ਤੇ ਸਬਜੈਕਟ ਉਹ ਚੂਜ਼ ਕਰੋ ਜਿਹਦੇ ਤੇ ਤੁਹਾਡੀ ਵਧੀਆ ਕਮਾਂਡ ਹੈ। E to D ਅਪਰੋਚ ਨੂੰ ਰੱਖੋ, ਟਾਈਮ ਪ੍ਰੋਪਰ ਦਿਓ। ਪੜ੍ਹਨ ਦਾ ਇਹੀ ਹੈ, ਦੇਖੋ ਨੌਕਰੀਆਂ ਬੜੀ ਮੁਸ਼ਕਿਲ ਨਾਲ ਮਿਲਦੀਆਂ ਹੈ ਤੇ ਇਹ ਬਹੁਤ ਹੀ ਮੁਸ਼ਕਿਲ ਨਾਲ ਨੌਕਰੀਆਂ ਨਿਕਲੀਆਂ ਨਾ, ਮਿਲਣ ਦੀ ਤਾਂ ਬਾਤ ਤਾਂ ਗੱਲ ਹੈ। ਜੇ ਹੁਣ ਨਿਕਲੀ ਹੈ ਤੇ ਇਹ ਆਖਰੀ ਮੌਕਾ ਹੈ, ਇਹਨੂੰ ਆਖਰੀ ਸਮਝ ਕੇ ਹੀ ਤੁਸੀਂ ਚੱਕਣਾ ਹੈਗਾ ਤੇ ਤਿਆਰੀ ਦਮ ਖਮ ਨਾਲ ਕਰਨੀ ਹੈ ਪੂਰੀ। ਜੇ ਸਾਡੀ ਕੋਈ ਲੋੜ ਪੈਂਦੀ ਹੈ ਬੰਸਲ ਅਕੈਡਮੀ, ਦੱਸੋ, ਤੁਸੀਂ ਕਮੈਂਟ ਬਾਕਸ 'ਚ ਪਾਓ, ਸਬਸਕ੍ਰਾਈਬ ਕਰੋ। ਹੋਰ 2-4 ਵੀਡੀਓ ਵਧੀਆ ਤੁਹਾਡੇ ਵਾਸਤੇ ਪਾਵਾਂਗੇ ਤੇ ਤੁਹਾਨੂੰ ਇਦਾਂ ਦੀ ਗੱਲ ਦੱਸਾਂਗੇ ਜਿਹੜੀ ਤੁਹਾਨੂੰ ਕੋਈ ਹੋਰ ਦੱਸੇਗਾ ਨਹੀਂ। ਦੇਖੋ ਤੁਹਾਡੀ ਤਿਆਰੀ, ਤੁਹਾਡੀ ਨੌਕਰੀ ਲੱਗਣਾ ਸਾਡਾ ਸੁਪਨਾ ਹੈ ਤੇ ਸਾਡਾ ਸਵਾਰਥ ਇਹੀ ਹੈ ਕਿ ਦੇਖੋ ਜੀ ਸਾਨੂੰ ਵੀ ਕੰਮ ਮਿਲੇਗਾ ਕਰਨ ਵਾਸਤੇ ਤੇ ਵਧੀਆ ਕੰਮ ਅਸੀਂ ਵੀ ਕਰਾਂਗੇ, ਵਧੀਆ ਤੁਸੀਂ ਵੀ ਕਰੋ। ਜੇ ਘਰੇ ਬੈਠੇ ਹੋ ਪ੍ਰੈਕਟਿਸ ਵਧੀਆ ਕਰੋ, ਇਹੀ ਰੂਲ ਹੈ, ਮੰਤਰ ਇਹੀ ਹੈਗਾ, ਹੋਰ ਕੋਈ ਮੰਤਰ ਨਹੀਂ ਹੈਗਾ ਪੜ੍ਹਾਈ ਦਾ। ਲੇਕਿਨ ਕੁਐਸਚਨ ਕਰਦੇ ਵੇਲੇ ਕਿਸੇ ਤੋਂ ਕੁਐਸਚਨ ਦਾ ਜਵਾਬ ਨਹੀਂ ਪੁੱਛਣਾ, ਕੁਐਸਚਨ ਕਰਨਾ ਆਪ ਸਵਾਲ, ਫਿਰ ਪੇਪਰ ਨਿਕਲੇਗਾ, ਇਹ ਗਰੰਟੀ ਹੈ। ਜੇ ਪੁੱਛ ਲਿਆ ਤਾਂ ਫਿਰ ਪਿਛਲੇ ਪਾਸੇ ਨੂੰ। ਤੇ ਆਪਣੇ ਆਪ ਨੂੰ ਘੋੜੇ ਦੇ, ਦੇਖੋ ਜਦੋਂ ਘੋੜਾ ਚੱਲਦਾ ਹੈ ਰੋਡ ਤੇ ਉਹਦੇ ਇੱਥੇ 2 ਕੰਨ ਪੱਟੀਆਂ ਤੇ ਉਹ ਲਾਏ ਹੁੰਦੇ ਆ, ਇਹਦਾ ਮਤਲਬ ਹੁੰਦਾ ਕਿ ਉਹ ਸਿੱਧਾ ਦੇਖੇਗਾ। ਔਰ ਸਿੱਧਾ ਦੇਖਣ ਦਾ ਮਤਲਬ ਸਿੱਧਾ ਹੀ ਹੈ ਕਿ ਉਹਨੇ ਸਿੱਧਾ ਹੀ ਚੱਲਣਾ ਹੈ। ਤੁਸੀਂ ਵੀ ਆਪਣੇ ਇੱਥੇ ਲਾ ਲਓ, 2 ਖੋਪੇ ਲਾ ਲਓ ਤੇ ਹੁਣ ਤਿਆਰੀ ਇਸ ਤਰੀਕੇ ਨਾਲ ਕਰੋ ਕਿ ਤੁਹਾਡਾ ਧਿਆਨ ਕਿਤੇ ਹੋਰ ਨਾ ਜਾਵੇ। ਜਿਹੜੇ 3-4 ਮਹੀਨੇ ਬਚੇ ਹੋਏ ਆ, ਜੇ ਤਿਆਰੀ ਦਾ ਲੈਵਲ ਉਹ ਰੱਖੋ ਕਿ ਪੇਪਰ ਕੱਢ ਕੇ ਪਾਸੇ ਮਾਰ ਕੇ ਨੌਕਰੀ ਲੈ ਕੇ ਸਰਟੀਫਿਕੇਟ ਦਿਖਾ ਕੇ ਤੇ ਵਧੀਆ ਆਪਣਾ ਪਰਿਵਾਰਿਕ ਜੀਵਨ ਖੁਸ਼ਹਾਲੀ ਨਾਲ ਬਿਤਾਓ। ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਆਲ ਦੀ ਬੈਸਟ, ਸਤਿ ਸ਼੍ਰੀ ਅਕਾਲ ਤੇ ਆਲ ਦੀ ਬੈਸਟ। ਤੇ ਤਿਆਰੀ ਚੰਗੀ ਕਰੋ। ਥੈਂਕ ਯੂ।